students, today we are going to discuss a topic, social responsibility of business for society. So it is the first topic of your business study. So first of all, do you need to understand what is social responsibility? Social responsibility in Punjabi ਚ ਆਪਾਂ ਕਹਿ ਸਕਦੇ ਹਾਂ ਜੀ ਸਮਾਜਿਕ ਜ਼ਿੰਮੇਵਾਰੀ, ਜਿਹੜੀ ਆਪਣੇ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਆ ਉਹਨੂੰ ਆਪਾਂ social responsibility ਕਹਿ ਦਿੰਦੇ ਹਾਂ. So, social responsibility refers to the voluntary efforts on the part of the business to contribute to the well-being of the society. So that means कि रजे social responsibility के एक अपनी इच्छा नाल अपनी मर्जी नाल willingness नाल ਕੀਤਾ ਹੋਇਆ ਇੱਕ ਅਜਿਹਾ ਪਾਰਟ ਹੈਗਾ ਜਿਹੜਾ ਬਿਜ਼ਨਸ ਕਰਦਾ ਤਾਂ ਆਪਦੀ ਜਿਹੜੀ ਸੁਸਾਇਟੀ ਦੇ ਲਈ, ਠੀਕ ਹੈ, ਕਿਉਂਕਿ ਉਹ ਸੁਸਾਇਟੀ ਦਾ ਇੱਕ ਪਾਰਟ ਹੈ. ਸੋ ਬਿਜ਼ਨਸ ਸ਼ੁੱਡ ਨਾਟ take decisions which have adverse or the bad effect on the society. ਬਿਜ਼ਨਸ ਨੂੰ ਕਹਿੰਦੇ ਕਦੇ ਵੀ ਇਹੋ ਜਿਹਾ ਕੋਈ ਵੀ ਡਿਸੀਜ਼ਨ ਨਹੀਂ ਲੈਣਾ ਚਾਹੀਦਾ ਜਿਹਦੇ ਨਾਲ ਕੀ ਹੋਵੇ ਜੇ ਉਹਦੀ ਲਾਈਕ ਬਿਜ਼ਨਸ ਸੁਸਾਇਟੀ ਦੇ ਉੱਪਰ ਗਲਤ ਅਸਰ ਪਵੇ. ਸੋ ਨੈਕਸਟ ਇਜ਼ ਕੇਸ ਫॉर द ਸੋਸ਼ਲ ਰਿਸਪੋਂਸਿਬਿਲਿਟੀ ਆਫ ਬਿਜ਼ਨਸ. ਕਿਹੜੇ ਕੇਸਿਸ ਆ ਰਜੇ ਜਿੱਥੇ ਆਪਾਂ ਨੂੰ ਮਤਲਬ ਕਿ ਇਹ ਲੱਗਦਾ ਹੈਗਾ ਬਿਜ਼ਨਸ ਨੂੰ ਵੀ ਹਾਂਜੀ ਸੋਸ਼ਲ ਰਿਸਪੋਂਸਿਬਿਲਿਟੀ ਉਹਨੂੰ ਨਿਭਾਉਣੀ ਚਾਹੀਦੀ ਆ. ਕਿਹੜੀਆਂ ਗੱਲਾਂ ਆਪਾਂ ਉਹਦੇ ਫੇਵਰ ਦੇ ਵਿੱਚ ਕਰਨੀਆਂ, ਠੀਕ ਹੈ ਜੀ. ਫਸਟ ਆਫ ਆਲ ਕ੍ਰੀਏਸ਼ਨ ਆਫ ਦ ਸੁਸਾਇਟੀ. ਸੋ ਬਿਜ਼ਨਸ ਇਜ਼ ਅ ਪਾਰਟ ਆਫ ਦ ਸੁਸਾਇਟੀ, ਠੀਕ ਹੈ. ਬਿਜ਼ਨਸ ਇਜ਼ ਸੈਟਅਪ ਟੂ ਪ੍ਰੋਡਿਊਸ ਗੁਡਸ ਐਂਡ ਸਰਵਿਸ to the people or the member of the society. So the demand for the product or service arise for the consumers who are a part of that society. So in case business does not respond positively to the needs of the society, then they can be ਥਰੂ ਗੌਰਮੈਂਟ ਰੈਗੂਲੇਸ਼ਨਸ ਐਂਡ ਲਾਅ. ਇਹਨਾਂ ਦਾ ਪੁਆਇੰਟ ਦਾ ਮਤਲਬ ਕਿ ਰਜੇ ਕਹਿੰਦੇ ਕਿ ਜਿਹੜਾ ਬਿਜ਼ਨਸ ਹੈਗਾ ਨਾ ਉਹ ਸੁਸਾਇਟੀ ਦਾ ਇੱਕ ਪਾਰਟ ਹੈ. ਜਿਹੜੇ ਕੰਜ਼ਿਊਮਰਸ ਆ ਦੋਜ਼ ਆਰ ਆਲਸੋ ਅ ਪਾਰਟ ਆਫ ਦ ਸੁਸਾਇਟੀ, ਠੀਕ ਹੈ ਜੀ. ਕੰਜ਼ਿਊਮਰਸ ਬਾਈ ਪ੍ਰੋਡਕਟਸ ਔਰ ਸਰਵਿਸ ਫਰੋਮ ਦਾ ਬਿਜ਼ਨਸ. ਸੋ ਬਿਜ਼ਨਸ ਨੂੰ ਕਹਿੰਦੇ ਕਦੇ ਵੀ ਇਹੋ ਜਿਹਾ ਕੋਈ ਵੀ ਡਿਸੀਜ਼ਨ ਨਹੀਂ ਲੈਣਾ ਚਾਹੀਦਾ ਜਿਹਦੇ ਨਾਲ ਉਹਨਾਂ 'ਤੇ ਹਾਰਮਫੁਲ ਇਫੈਕਟ ਹੋਵੇ. ਸੈਕੰਡਲੀ ਜੇਕਰ ਇਹ ਬਿਜ਼ਨਸ ਕਹਿੰਦਾ ਹੈ ਕਿ ਜੇਕਰ ਆਪਣੀ ਇੱਕ ਸੁਸਾਇਟੀ ਦੀ ਜਿਹੜੀ ਡਿਮਾਂਡਸ ਹੈਗੀਆਂ ਨੀਡਸ ਹੈਗੀਆਂ, ਠੀਕ ਹੈ ਜੀ, ਉਹਨਾਂ ਨੂੰ ਫੁਲਫਿਲ ਨਹੀਂ ਕਰ ਪਾਉਂਦਾ ਤਾਂ ਉਹਨਾਂ ਨੂੰ ਆਪਾਂ ਗੌਰਮੈਂਟ ਆਪਦੇ ਹਿਸਾਬ ਨਾਲ ਲਾਈਕ ਉਹਨਾਂ ਨੂੰ ਸਟ੍ਰਿਕਟਲੀ ਪੁਲਿਸ਼ ਕਰਕੇ ਜਾਂ ਰੂਲਸ ਰੈਗੂਲੇਸ਼ਨ ਦੇ ਦਾਇਰੇ ਦੇ ਵਿੱਚ ਲਿਮਿਟ ਦੇ ਵਿੱਚ ਰਹਿ ਕੇ ਰਾਜੇ ਉਹਨਾਂ ਨੂੰ ਕਹਿ ਸਕਦੀ ਹੈ ਤੁਸੀਂ ਇਹ ਚੀਜ਼ ਨੂੰ ਫੋਲੋ ਕਰੋ. ਸੋ ਲੌਂਗ ਟਰਮ ਇੰਟਰਸਟ ਆਫ ਦ ਬਿਜ਼ਨਸ. The performance of the social ਜਿਹੜੀ obligations by the business, our business will not only be in interest of the society but its own interest also. ਦੇਖੋ ਇਹਦਾ ਮਤਲਬ ਕਿ ਜੇ if a business do something for society, it is not only beneficial for the society but it is also beneficial for the business. Like if a business spend money like on the free education, free health. So if business spend money on the free education, free health of the people who lives in the society, that will definitely build good healthy people. They can become good employee, good neighbor, good consumers, good customers. So ultimately if society do something for if business do something for society, then definitely it will return back to the business. So a business should respect various laws and regulations like relating to the price fixation, quality control, safety measures, pollution control, etc. And any violation of these measures will attract fines or penalties. So ਕੀ ਕਹਿ ਰਹੇ ਕਹਿੰਦੇ ਕਿ business should follow. business ਨੂੰ ਬਹੁਤ ਮਤਲਬ ਕਿ ਚੰਗੀ ਤਰ੍ਹਾਂ ਨਾਲ ਸਾਰੇ ਰੂਲਸ ਰੈਗੂਲੇਸ਼ਨ ਜੋ ਲਾਅ ਨੇ ਜੇ ਪ੍ਰੀਪੇਅਰ ਕੀਤੇ ਹੋਏ ਬਿਲਡ ਕੀਤੇ ਹੋਏ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਜੀ, ਠੀਕ ਹੈ. ਦੈਨ ਲਾਈਕ ਉਹਨਾਂ ਦੀ ਜਿਹੜੀ ਪ੍ਰਾਈਸ ਹੈਗਾ ਉਹ ਬਹੁਤ ਜ਼ਿਆਦਾ ਹਾਈ ਨਹੀਂ ਕਰਨਾ ਚਾਹੀਦਾ, ਨਾ ਹੀ ਤਾਂ ਕਿ ਜਿਹੜੇ ਕੰਜ਼ਿਊਮਰ ਹੈ ਜੋ ਐਕਸਪਲੋਇਟ ਨਾ ਹੋਣ. ਕੁਆਲਿਟੀ ਪ੍ਰੋਡਕਟਸ ਦੀ ਬੈਟਰ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ. ਸੋ ਜੇਕਰ ਜੇ ਉਹ ਇਹਨਾਂ ਸਾਰੀਆਂ ਗੱਲਾਂ ਦਾ ਵਾਇਲੇਸ਼ਨ ਕਰਦੇ ਆ ਮੀਨਸ ਉਹਨਾਂ ਨੂੰ ਉਲੰਘਣਾ ਕਰਦੇ ਆ, ਠੀਕ ਹੈ, ਤਾਂ ਡੈਫੀਨੇਟਲੀ ਉਹਨਾਂ ਦੇ ਉੱਪਰ ਉਹਨਾਂ ਨੂੰ ਪਲੈਂਟੀ ਵਗੈਰਾ ਫਾਈਨ ਵਗੈਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, ਉਹ ਲਗਾਇਆ ਜਾਂਦਾ ਗੌਰਮੈਂਟ ਵੱਲੋਂ. ਸੋ ਨੈਕਸਟ ਇਜ਼ ਰਾਜੇ ਮੋਰਲ ਜਸਟੀਫਿਕੇਸ਼ਨ. There is a feeling among businessmen that it is their responsibility to help society in overcoming its problem. So a business depends entirely on the society for the supply of the employees and customers.
So the priority of the business should be shared with the society in form of meeting its social obligation. So businessman ਦੇ ਵਿੱਚ ਕਰਕੇ there is a feeling among the businessmen ਇਹ ਸੋਚਦੇ ਹੈਗੇ ਆ ਵੀ it is their responsibility, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਜੋ ਵੀ ਸੋਸਾਇਟੀ ਵਿੱਚ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਓਵਰਕਮ ਕਰਨ ਦੀ, ਮਤਲਬ ਉਹਨਾਂ ਨੂੰ ਟੈਕਲ ਕਰਨ ਦੀ। ਸੋ ਇਹ ਬਿਜ਼ਨਸ ਕਹਿੰਦੇ ਡਿਪੈਂਡ ਕਰਦਾ ਰਾਜੇ ਟੋਟਲੀ ਇੰਟਾਇਰਲੀ ਔਨ ਦਾ ਸੋਸਾਇਟੀ ਫॉर द supply of the employees and customer, because देखो if the society is good like healthy educated होगी then definitely they grow like good employees, good customers. So the priority of the business should be shared with the society in the form of meeting their social obligations. ਸੋ ਜੇਕਰ ਆਪਾਂ ਕਹੀਏ ਬਿਜ਼ਨਸ ਸੋਸ਼ਲ ਸੁਸਾਇਟੀ ਦੀ ਜਿਹੜੀ ਹੈਗੀ ਆ ਜੇ ਉਹਨਾਂ ਦੇ ਨਾਲ ਮਿਲ ਕੇ ਜੇ ਕੰਮ ਕਰੂਗਾ, ਉਹਨਾਂ ਦੀ ਲਾਈਕ ਜਿਹੜੀ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਆ ਸੋਸ਼ਲ ਰਿਸਪੋਂਸਿਬਿਲਿਟੀ ਉਹਨੂੰ ਫਿਲਫਿਲ ਕਰੂਗਾ ਤਾਂ ਡੈਫੀਨੇਟਲੀ ਉਹਨਾਂ ਦੀ ਆਪਦੀ ਇਮੇਜ ਵੀ ਵਧੀਆ ਬਣ ਜੂਗੀ। ਸੋ ਇਫ ਬਿਜ਼ਨਸ ਡਜ਼ ਨਾਟ ਰਿਸਪੌਂਡ ਟੂ ਦ ਸੋਸ਼ਲ ਨੀਡਸ then a government may enact a law for asking a business to do or not to do a, that means कि राजे जेकर कोई बिजनेस वही सेम like as we discussed in the previous point, if any businessman or any business does not follow any rules, regulations, law which are prepared by the government, then they are definitely asked to follow these rules, regulations by like punishment or by law and order. So next is social cultural norms. So a business should be responsive to the social cultural norms of the country. In a country like India, where social and the cultural values have a strong and long and rich heritage, a business promoting social equality, better opportunities, consumer services, healthy employer relationship will enjoy better social patronage. So a business working against traditional values will face resistance and criticism from the society and it will compel to change its attitude. That means if a business like follow his country's rules, regulation, customs, traditions, values, then definitely they match with the needs and the requirements and also like with the consumer of the consumers. like ਜੇਕਰ ਜੇ ਆਪਾਂ ਕਹੀਏ ਇੱਕ ਜਿਹੜਾ ਬਿਜ਼ਨਸ ਹੈਗਾ ਠੀਕ ਹੈ ਜੀ ਉਹ ਪ੍ਰੋਪਰ ਆਪਦੀ ਸੁਸਾਇਟੀ ਨੂੰ ਧਿਆਨ 'ਚ ਰੱਖ ਕੇ ਉਹੋ ਜਿਹੇ ਪ੍ਰੋਡਕਟ ਬਣਾਉਂਦਾ ਠੀਕ ਹੈ ਜੀ, ਉੱਦਾਂ ਦਾ ਰਜੇ ਉਹ ਕੰਮ ਕਰਦਾ, ਉੱਦਾਂ ਦੀ ਉਹਦੀ ਮਤਲਬ ਆਪਣੇ ਰੀਤੀ ਰਿਵਾਜ ਨੂੰ ਧਿਆਨ 'ਚ ਰੱਖ ਕੇ ਉਹ ਸਾਰਾ ਕੰਮ ਕਰਦੇ ਆ ਤਾਂ ਡੈਫੀਨੇਟਲੀ ਉਹਦੇ ਨਾਲ ਕੀ ਹੋਊਗਾ ਰਜੇ ਉਹਦੀ ਇਮੇਜ ਵਧੀਆ ਬਣੂਗੀ। ਦੂਜੇ ਪਾਸੇ ਕੀ ਹੈਗਾ ਵੀ ਜੇਕਰ ਉਹ ਇਹੋ ਜਿਹਾ ਨਹੀਂ ਕਰੂਗਾ, ਇੱਦਾਂ ਨਹੀਂ ਕਰਨਗੇ ਠੀਕ ਹੈ ਜੀ, ਉਹ ਮਤਲਬ ਕਿ ਆਪਣੀ ਕੰਡੀਸ਼ਨ ਦਾ ਧਿਆਨ ਨਹੀਂ ਰੱਖਣਗੇ ਤਾਂ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਡੈਫੀਨੇਟਲੀ ਉਹ ਕੀ ਹੋ ਜਾਊਗਾ, ਹਾਰਮ ਹੋ ਜਾਊਗਾ। ਮਤਲਬ ਉਹਨਾਂ ਨੂੰ ਕੋਈ ਵੀ ਜਿਹੜਾ ਕੰਜ਼ਿਊਮਰਸ ਹੋਊਗਾ ਰਾਜੇ ਉਹਨਾਂ ਦੇ ਪ੍ਰੋਡਕਟ ਨੂੰ ਬਾਈ ਨਹੀਂ ਕਰੂਗਾ ਬਿਕੋਜ਼ ਉਹ ਉਹਨਾਂ ਦੇ ਐਟੀਟਿਊਡ ਨੂੰ ਜਿਹੜਾ ਹੈਗਾ ਹਰਟ ਕਰਦਾ ਕਿਉਂਕਿ ਉਹ ਉਹਨਾਂ ਦੇ ਕਸਟਮਰਸ ਦੇ ਖਿਲਾਫ ਉਹਨਾਂ ਰੀਤੀ ਰਿਵਾਜ਼ਾਂ ਦੇ ਖਿਲਾਫ ਹੈ। ਸੋ ਨੈਕਸਟ ਪੁਆਇੰਟ ਇਜ਼ ਯੂਜ਼ਫੁਲ ਟੂ ਦਾ ਓਨਰਸ ਇੰਟਰਸਟ. So a business enterprise realizing its social responsibilities will protect owner's interest also. Owner is a person who actually owns the like property or a building, like he is the malika ठीक है जो. So public will have a good opinion of those enterprises. Enterprise means business, those business which are responsive to the social obligations. So जो public है जो society हैगी है ठीक है जी, ਉਹ ਉਹਦਾ ਜਿਹੜਾ ਓਪੀਨੀਅਨ ਹੈਗਾ ਉਸ ਐਂਟਰਪ੍ਰਾਈਜ਼ ਉਸ ਬਿਜ਼ਨਸ ਲਈ ਜ਼ਿਆਦਾ ਵਧੀਆ ਹੋਊਗਾ, ਪੋਜ਼ੀਟਿਵ ਹੋਊਗਾ, ਵਿਚ ਰਿਸਪੌਂਸਿਵ ਟੂ ਦਾ ਸੋਸ਼ਲ ਓਬਲੀਗੇਸ਼ਨ, ਜੋ ਸੋਸ਼ਲ ਜ਼ਿੰਮੇਵਾਰੀ ਨੂੰ ਪੂਰਾ ਕਰੇ, ਵਿਚ ਫੁਲਫਿਲ ਦਾ ਸੋਸ਼ਲ ਨੀਡਸ. ਸੋ ਦਿਸ ਵਿਲ ਇਨਹੈਂਸ ਰੈਪੂਟੇਸ਼ਨ. it will definitely if a business fulfill the society's needs, the society's obligation, then definitely it will build goodwill in the eyes of the consumers, in the eyes of the business, that will definitely lead to more and more profit. So avoidance of the government interference. Government has passed a number of legislations like government has passed a number of laws like a Consumer Protection Act, Pollution Control Measures, Essential Goods Act, etc.
for the protection of the society against the exploitation. So in case business take care of the social needs and does not try to exploit customers in a way, then government will not be taking any action against business. That means कि if government prepares some such laws to protect the consumer from exploiting, then if any business follow these laws, regulations, rules, then definitely government does not interfere with the business and does not take any action against the business. Okay, contribution to the social problems. The business has created a number of the social problems such as the pollution, unsafe working conditions, exploitation of the worker, producing low quality goods, etc. So there is a moral obligation of the business to help in solving various social problems because it has contributing in creating them. We also see that there are many organizations which actually produce lots of air pollution, ठीक है जी, एक्सप्लॉइटिंग वर्किंग दैट मीनस कि जो ਉਹਦੇ ਵਰਕਰਸ ਨੂੰ ਵਧੀਆ ਕੰਡੀਸ਼ਨ ਵੀ ਪਵਾਏ। ਆਪਾਂ ਬਹੁਤ ਵਾਰੀ ਸੁਣਿਆ ਹੈਗਾ ਉਹਦੀ ਕੰਮ ਕਰਦੇ ਦੀ ਹੱਥ ਵੱਢਿਆ ਗਿਆ, ਠੀਕ ਹੈ ਜੀ, ਉਹਦੀ ਲੱਤ ਇੰਜਰੀ ਹੋ ਗਈ, ਸਮਥਿੰਗ ਹੈਪਨਸ, ਠੀਕ ਹੈ, ਕਈ ਵਾਰ ਡੈਥ ਵੀ ਹੋ ਜਾਂਦੀ ਹੈਗੀ ਆ। ਸੋ ਸਮਟਾਈਮ ਕੀ ਹੁੰਦਾ ਵੀ ਆਪਾਂ ਕਹਿੰਦੇ ਚੀਪ ਘਟੀਆ ਕੁਆਲਿਟੀ ਦੀ ਉਹ ਕਹਿ ਲਓ ਵੀ ਜਿਵੇਂ ਦਾਲਾਂ ਆਉਂਦੀਆਂ ਹੈਗੀਆਂ, ਠੀਕ ਹੈ ਜੀ, ਉਹਦੇ 'ਚ ਪਲਾਸਟਿਕ ਵਗੈਰਾ ਮਿਕਸ ਕਰ ਦਿੰਦੇ ਆ ਚਾਵਲ ਦੇ ਵਿੱਚ, ਰਾਈਸ ਦੇ ਵਿੱਚ, ਠੀਕ ਹੈ ਜੀ। ਸੋ ਇਹ ਚੀਜ਼ ਹੈ ਕਿ ਜਿਹੜੀ ਬਿਜ਼ਨਸ ਹੈਗਾ ਕਹਿੰਦੇ ਕਿ ਉਹ ਆਪਣੀ ਸੁਸਾਇਟੀ ਨੂੰ ਪੋਲਿਊਟ ਵੀ ਕਰ ਰਿਹਾ ਹੈਗਾ, ਠੀਕ ਹੈ ਜੀ, ਵਧੀਆ ਵਰਕਿੰਗ ਕੰਡੀਸ਼ਨਸ ਇੰਪਲੋਇਜ਼ ਨੂੰ ਪ੍ਰੋਵਾਈਡ ਨਹੀਂ ਕਰਵਾ ਰਹੇ, ਉਹ ਲੋ ਕੁਆਲਿਟੀ ਪ੍ਰੋਡਕਟਸ ਪ੍ਰਪੇਅਰ ਕਰਵਾ ਰਹੇ ਹੈ। ਸੋ ਦੇਰ ਇਜ਼ ਅ ਮੋਰਲ obligation of the business to help. So it is the responsibility of the business to solve these issues because it was generated by their actions, because ਇਹ ਰਜੀ ਉਹਨਾਂ ਦੇ ਆਪ ਦੇ ਐਕਸ਼ਨਸ ਦਾ ਕਰਕੇ ਹੀ ਪੈਦਾ ਹੋਏ ਆ। Okay, these are the points which force business to do social responsibility, but now there are case against assuming social responsibility. If the business fulfills social responsibility, it is unfavorable, ਉਹਦੇ ਪੱਖ ਦੇ ਵਿੱਚ ਨਹੀਂ ਹੈਗਾ। ਇਹਦੇ ਕਹਿਣ ਦਾ ਮਤਲਬ ਇਹ ਹੈ ਜੇ ਕਹਿ ਰਹੇ ਆ ਵੀ ਬਿਜ਼ਨਸ ਨੂੰ ਸੋਸ਼ਲ ਰਿਸਪੌਂਸਿਬਿਲਿਟੀ ਨਹੀਂ ਕਰਨੀ ਚਾਹੀਦੀ। ਦੇਖੋ ਕਿਹੜੇ ਕਿਹੜੇ ਪੁਆਇੰਟ ਹੈ। ਪਹਿਲਾ, diverting from the business objective. As you all know that business main objective is to earn more and more profit or the profit maximization. So if business divert his mind or divert his action toward the social obligation, toward the social responsibility, that will definitely diverting his mind from their actual aim to another aim. So it should concentrate on the objective only. The welfare of the employees and owner is also served well by increasing profitability. That means कि if business earn more and more profit, then definitely it is good or the beneficial for both employees as well as employer. If employer get more and more profit, then he will be able to get bonus salary to their employees. So the involvement of the business in the social work will divert its intention from its main path. Moreover, the performance of the social obligation will involve large sum of money. If the person or if the business performs social responsibility, then it also needs huge money, which definitely cutting down their profits. Secondly, increase in prices. When a business house is required to spend money on undertaking social activities, it will pass on the burden to the consumers. They money spent on the social welfare, they collected. Suppose देखो रजेश की है कि if business follow or do social responsibility, जेकर business ਜਿਹੜਾ ਹੈਗਾ social responsibility ਨੂੰ fulfill ਕਰਦਾ ਰਜੇ ਤਾਂ definitely ਜਿਹੜਾ ਉਹਦਾ burden ਹੈ ਨਾ ਉਹ consumer ਦੇ ਉੱਪਰ ਹੀ shift ਹੋ ਜਾਣਾ ਹੈ। ਕਿੱਦਾਂ ਨਾ ਜੇ ਉਹ ਜੇਕਰ ਇੱਕ ਬਿਜ਼ਨਸਮੈਨ ਆ ਉਹ ਅੱਜ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ, ਹੌਸਪੀਟਲ ਵਗੈਰਾ 'ਚ ਫ੍ਰੀ ਮੈਡੀਸਨ ਵਗੈਰਾ ਪ੍ਰੋਵਾਈਡ ਕਰ ਰਿਹਾ, ਠੀਕ ਹੈ ਜੀ, ਤਾਂ ਉਸ ਚੀਜ਼ ਦੀ ਭਰਪਾਈ ਉਹ ਕਿੱਥੋਂ ਕਰੂਗਾ ਹੈ ਨਾ, ਫਰੋਮ ਵੇਅਰ ਹੈ ਨਾ ਹੀ ਵਿਲ ਗੈਟ ਦੈਟ ਮਨੀ। ਸੋ ਦੇ ਟਰਾਈ ਟੂ ਐਕਸਪਲੋਇਟ ਕੰਜ਼ਿਊਮਰਸ, ਉਹ ਕੰਜ਼ਿਊਮਰਸ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਕੀ ਕਰਦੇ ਜੇ ਪ੍ਰਾਈਸਿਸ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੇ ਹੈਗੇ, ਠੀਕ ਹੈ ਜੀ।
ਜਿਹਦੇ ਨਾਲ ਕੀ ਹੋਊਗਾ ਜੇ ਗੁਡਸ ਦਾ ਪ੍ਰਾਈਸਿਸ ਇਨਕਰੀਜ਼ ਹੋ ਜਾਣਗੇ, ਉਹਦੇ ਨਾਲ ਕੀ ਹੋਊਗਾ ਮਤਲਬ ਉਹਨਾਂ ਕੋਲ ਇਨਕਮ ਉਨੀ ਹੀ ਜ਼ਿਆਦਾ ਆ ਜੂਗੀ। ਸੋ ਅਲਟੀਮੇਟਲੀ ਜਿਹੜਾ ਬਰਡਨ ਹੈਗਾ ਉਹ ਕੰਜ਼ਿਊਮਰ ਦੇ ਉੱਪਰ ਹੀ ਆ ਜਾਣਾ। ਓਕੇ, ਇਨਫਲੂਐਂਸ ਸੋਸ਼ਲ ਸੈਟਅਪ। A business concern commands large economic and human resources. So when they spend money in solving social problems, then they may try to influence society for their own goods. So the society will start depending upon business. This influence of business on society may trigger many social, economic and political problems. That means ਕੀ ਹੈ ਜੀ, if a business ਲਾਈਕ ਬਿਜ਼ਨਸ ਜਿਹੜਾ ਹੈਗਾ ਉਹਦੇ ਕੋਲ ਬਹੁਤ ਸਾਰੇ ਇਕਨੋਮਿਕ ਹਿਊਮਨ ਰਿਸੋਰਸਿਸ ਹੁੰਦੇ ਆ। ਸੋ ਵੈਨ ਬਿਜ਼ਨਸ ਸਪੈਂਡਿੰਗ ਮਨੀ ਟੂ ਸੋਲਵ ਸੋਸ਼ਲ ਪ੍ਰੋਬਲਮਸ ਔਰ ਦਾ ਸੋਸ਼ਲ ਇਸ਼ੂਜ਼, ਦੈਨ ਦਾ ਸੋਸਾਇਟੀਜ਼ ਜਿਹੜਾ ਹੈਗਾ ਉਹਦਾ ਇਨਫਲੂਐਂਸ ਜਿਹੜਾ ਹੋਊਗਾ ਬਿਜ਼ਨਸ ਦਾ ਸੋਸਾਇਟੀ ਦੇ ਉੱਪਰ ਪੈ ਜਾਊਗਾ, ਉਹਦਾ ਪ੍ਰਭਾਵ ਪੈ ਜਾਊਗਾ ਵੀ ਹਾਂਜੀ ਇਹ ਪਰਸਨ, ਇਹ ਜਿਹੜੀ ਕੰਪਨੀ ਬਹੁਤ ਵਧੀਆ ਕੰਮ ਕਰ ਰਹੀ ਹੈ, ਸਾਡੇ ਇਸ਼ੂ ਸੋਲਵ ਕਰ ਰਹੀ ਹੈ, ਇੱਦਾਂ ਠੀਕ ਹੈ ਜੀ। ਸੋ ਜਦੋਂ ਉਹਨਾਂ ਦਾ ਇਨਫਲੂਐਂਸ ਹੋ ਗਿਆ ਜਿਹੜਾ ਉਹ ਕੰਜ਼ਿਊਮਰਸ ਨੂੰ ਕਹਿ ਲਓ ਵੀ ਇੱਕ ਤਰ੍ਹਾਂ ਦਾ ਕਹਿ ਲਓ ਉਹਨਾਂ ਨੂੰ ਕਹਿ ਸਕਦੇ ਹੈਗੇ ਵੀ ਤੁਸੀਂ ਹੁਣ ਸਾਡੇ ਪ੍ਰੋਡਕਟ ਹੀ ਪਰਚੇਜ਼ ਕਰਨੇ ਆ, ਠੀਕ ਹੈ ਜੀ। ਸੋ ਦਾ ਸੋਸਾਇਟੀ ਵਿਲ ਕ੍ਰੀਏਟ, ਦੈਨ ਸੋਸਾਇਟੀ ਡਿਪੈਂਡ ਹੋਣਾ ਸ਼ੁਰੂ ਹੋ ਜਾਂਦੀ ਉਹਨਾਂ ਦੇ ਉੱਪਰ। ਸੋ ਦਿਸ ਇਨਫਲੂਐਂਸ ਆਫ ਬਿਜ਼ਨਸ ਔਨ ਸੋਸਾਇਟੀ may take many problems like the social problems, economical and political problems. Okay, lack of understanding. A businessman devote all his energies in running his unit smoothly and efficiently. ठीक है जी, may not be able to tackle social problems properly, may not have the required skills in solving complex social ਪ੍ਰੋਬਲਮ। ਡੈਟ ਮੀਨਸ ਕਿ ਇੱਕ ਜਿਹੜਾ ਬਿਜ਼ਨਸਮੈਨ ਹੁੰਦਾ ਰਾਜੇ ਉਹ ਆਪਦਾ ਜਿਹੜਾ ਸਾਰਾ ਧਿਆਨ ਹੁੰਦਾ ਨਾ, ਉਹਦਾ ਜਿਹੜਾ ਟੋਟਲੀ ਮਾਈਂਡ ਹੁੰਦਾ ਉਹ ਸਾਰਾ ਇੱਕ ਜਗ੍ਹਾ 'ਤੇ ਫੋਰਸ ਕਰਦਾ ਉਹ ਹੁੰਦਾ ਰਾਜੇ ਉਹਨੂੰ ਆਪਦੇ ਬਿਜ਼ਨਸ ਨੂੰ ਕਿੱਦਾਂ ਉਹਨੇ ਅੱਗੇ ਲੈ ਕੇ ਆਉਣਾ, ਕਿੱਦਾਂ ਉਹਦੀ ਗਰੋਥ ਕਰਾਉਣੀ ਆ, ਕਿੱਦਾਂ ਉਹਨੇ ਐਫੀਸ਼ੀਐਂਟਲੀ ਉਹਨੂੰ ਵਰਕ ਕਰਾਉਣਾ। ਸੋ ਹੀ ਮੇ ਔਰ ਮੇ ਨਾਟ ਬੀ ਏਬਲ, ਉਹ ਹੋ ਵੀ ਸਕਦਾ ਅਤੇ ਨਹੀਂ ਵੀ ਹੋ ਸਕਦਾ ਰਾਜੇ ਉਸ ਪ੍ਰੋਬਲਮ ਨੂੰ ਟੈਕਲ ਕਰਨ ਦੇ ਵਿੱਚ, ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ। ਸੋ ਹੋ ਸਕਦਾ ਹੀ ਮੇ ਨਾਟ ਹੈਵ ਦਾ ਰਿਕੁਆਇਰਡ ਸਕਿੱਲਸ, ਹੋ ਸਕਦਾ ਉਹਦੇ ਕੋਲ ਇੰਨੀ ਵਧੀਆ ਸਕਿੱਲ ਨਾ ਹੋਵੇ, ਹੀ ਸ਼ੁਡ ਡੋਂਟ ਹੈਵ ਐਨੀ ਲਾਈਕ ਕ੍ਰਿਟੀਕਲ ਥਿੰਕਿੰਗ ਨਹੀਂ ਹੈਗੀ ਉਹਦੇ ਕੋਲ, ਦੈਨ ਰਾਜੇ ਉਹ ਉੱਥੇ ਸੋਸ਼ਲ ਇਸ਼ੂਜ਼ ਨੂੰ ਸੋਲਵ ਨਹੀਂ ਕਰ ਪਾਊਗਾ। Lack of the accountability. The management of a business is accountable to the owners of its performance. ਜੋ ਮੈਨੇਜਮੈਂਟ ਹੁੰਦੀ ਕੰਪਨੀ ਦੀ ਰਾਜੀ ਉਹ ਸਿਰਫ ਆਪਦੇ ਮੈਨੇਜਰਸ ਨੂੰ ਅਕਾਊਂਟੇਬਲ ਮਤਲਬ ਜ਼ਿੰਮੇਵਾਰ ਹੁੰਦੀ ਹੈਗੀ ਹੈ ਕਾਹਦੇ ਲਈ, ਜਿਹੜਾ ਉਹਨਾਂ ਨੇ ਕੰਮ ਕੀਤਾ, ਠੀਕ ਹੈ ਜੀ। ਸੋ ਇਟ ਵਿਲ ਨਾਟ ਬੀ ਅਕਾਊਂਟੇਬਲ ਟੂ ਐਨੀਵਨ ਫॉर ਹਿਸ ਸੋਸ਼ਲ ਓਬਲੀਗੇਸ਼ਨਸ। ਉਹ ਆਪਣੀ ਸੋਸ਼ਲ ਓਬਲੀਗੇਸ਼ਨ ਲਈ ਕਿਸੇ ਨੂੰ ਵੀ ਜਿਹੜੀ ਹੈਗੀ ਹੈ ਰਾਜੀ ਉਹਦੀ ਰਿਸਪੋਂਸੀਬਿਲਿਟੀ ਨਹੀਂ ਬਣਦੀ, ਠੀਕ ਹੈ ਜੀ। ਕਿਸੇ ਲਈ ਵੀ ਜ਼ਿੰਮੇਵਾਰੀ ਨਹੀਂ ਹੈਗੀ ਉਹਦੀ ਕੋਈ ਵੀ ਸੋਸ਼ਲ ਰਿਸਪੋਂਸੀਬਿਲਿਟੀ ਨੂੰ ਫੁਲਫਿਲ ਕਰਨ ਦੀ। ਸੋ ਇਟ ਵਿਲ ਨਾਟ ਬੀ ਪੋਸੀਬਲ ਟੂ ਕੰਟਰੋਲ ਦਾ ਪਰਫੋਰਮੈਂਸ ਆਫ ਬਿਜ਼ਨਸ। ਸੋ ਆਪਾਂ ਕਹਿ ਸਕਦੇ ਹਾਂ ਕਿ ਬਿਜ਼ਨਸ ਦੀ ਪਰਫੋਰਮੈਂਸ ਨੂੰ ਕੰਟਰੋਲ ਕਰਨਾ ਪੋਸੀਬਲ ਹੀ ਨਹੀਂ ਹੈਗਾ। ਸੋ ਲੈਕ ਆਫ ਦਾ ਸੋਸ਼ਲ ਸਕਿੱਲਸ। A business manager have the expertise in solving business problems. ਜਿਹੜਾ ਬਿਜ਼ਨਸ ਮੈਨੇਜਰ ਹੁੰਦੇ ਆ ਜੀ, ਠੀਕ ਹੈ ਜੀ, ਉਹ ਨੋ ਡਾਊਟ ਦੇ ਆਰ ਵੈਰੀ ਮਤਲਬ ਕਿ ਲਾਈਕ ਲਓ ਐਕਸਟਰਾ ਆਰਡੀਨਰੀ ਸਕਿੱਲਡ ਪਰਸਨ ਹੁੰਦੇ ਆ ਜਿਨ੍ਹਾਂ ਕੋਲ ਇੰਨੀ ਕੁ ਜੀ ਕ੍ਰਿਟੀਕਲ ਥਿੰਕਿੰਗ ਹੁੰਦੀ ਹੈ ਕਿ ਉਹ ਮਤਲਬ ਕਿ ਬਿਗ ਜੋ ਵੀ ਮੇਜਰ ਐਂਡ ਮੇਜਰ ਇਸ਼ੂਜ਼ ਕ੍ਰੀਏਟ ਹੁੰਦੇ ਆ ਬਿਜ਼ਨਸ ਦੇ ਵਿੱਚ, ਠੀਕ ਹੈ ਜੀ, ਉਹਨਾਂ ਨੂੰ ਸੋਲਵ ਕਰ ਸਕਦੇ ਆ। ਸੋ ਦੇ ਹੈਵ ਡਿਵੈਲਪ ਸਕਿੱਲ ਟੂ ਡੀਲ ਡੇ ਟੂ ਡੇ, ਉਹਨਾਂ ਦੇ ਹੈਵ ਸਕਿੱਲਸ, ਉਹਨਾਂ ਕੋਲ ਸਕਿੱਲਸ ਹੈਗੀਆਂ ਜਿਹਦੇ ਨਾਲ ਉਹ ਡੇ ਟੂ ਡੇ ਜਿਹੜੀਆਂ ਵੀ ਬਿਜ਼ਨਸ ਪ੍ਰੋਬਲਮ ਕ੍ਰੀਏਟ ਹੁੰਦੀਆਂ ਨਾ ਉਹਨਾਂ ਨੂੰ ਸੋਲਵ ਕਰ ਸਕਦੇ ਆ। ਸੋ ਡੀਲਿੰਗ ਵਿਦ ਸੋਸ਼ਲ ਇਸ਼ੂਜ਼ ਵਿਲ ਰਿਕੁਆਇਰ more understanding to social setup. So social scientists or the social workers are the right person in dealing with the, so if we told a manager to solve social responsibility or social problem, he will not be able to do that because he is only able to do solve critical business problems. So for solving the social problems, social issues, a social worker is the best person.
ਸੋ ਇਫ ਅ ਮੈਨੇਜਰ ਕ੍ਰੀਏਟ ਡਿਫੀਕਲਟੀਜ਼ ਰੈਦਰ ਦੈਨ ਸੋਲਵਿੰਗ ਪ੍ਰੋਬਲਮ, ਇਫ ਲਾਈਕ ਇਹ ਤਾਂ ਉਹ ਗੱਲ ਹੋ ਜਾਂਦੀ ਇਹਦੇ 'ਚ, ਜੇਕਰ ਆਪਾਂ ਜਿਵੇਂ ਇੱਕ ਅਣਜਾਣ ਬੰਦੇ ਨੂੰ ਕਹਿ ਦੇ ਵੀ ਤੂੰ ਇਹ ਕੰਮ ਕਰ ਲੈ, ਜੋ ਉਹ ਕੰਮ ਕਰੂਗਾ ਤਾਂ ਉਹਦੇ ਨਾਲ ਡੈਫੀਨਿਟਲੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਸੇਮ ਚੀਜ਼ ਹੈ ਜੇਕਰ ਇਫ ਮੈਨੇਜਰ ਨੂੰ ਆਪਾਂ ਇਹ ਗੱਲ ਕਹਾਂਗੇ ਵੀ ਤੁਸੀਂ ਇਹ ਪ੍ਰੋਬਲਮ ਸੋਲਵ ਕਰੋ, ਤਾਂ ਡੈਫੀਨਿਟਲੀ ਇਟ ਵਿਲ ਕ੍ਰੀਏਟ ਮੋਰ ਐਂਡ ਮੋਰ ਡਿਫੀਕਲਟੀਜ਼। ਸੋ ਰਿਡਕਸ਼ਨ ਇਨ ਦ competitiveness. Globalization means, what is the globalization? So globalization means like when whole world is connected with each other, like whole world become a village now. Like each and every country is connected with each other. We can easily like trade from one country to another country. That is globalization. So globalization of markets have increased competition from the internal and the external organizations. A business has to stay competitive in order to face competition and maintain its market. So undertaking social responsibility will involve a lot of expenditure. That means ਕੀ ਹੈ ਜੇ ਕਿ ਗਲੋਬਲਾਈਜੇਸ਼ਨ ਆਉਣ ਦੇ ਨਾਲ ਕੀ ਹੋ ਗਿਆ, ਆਪਾਂ ਐਕਸਟਰਨਲ ਅਤੇ ਇੰਟਰਨਲ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕਿਆ। ਸੋ ਉਸ ਕੰਪੀਟੀਸ਼ਨ ਨੂੰ ਫੇਸ ਕਰਨ ਲਈ ਬਿਜ਼ਨਸ ਆਪਦੀ ਜਿਹੜੀ ਮਾਰਕੀਟ ਹੈਗੀ ਉਹ ਜ਼ਿਆਦਾ ਗ੍ਰੈਬ ਕਰਨੀ ਚਾਹੀਦੀ ਆ, ਉਹਨੂੰ ਉਹਦੇ 'ਤੇ ਆਪਦੀ ਜਿਹੜੀ ਪਕੜ ਹੈਗੀ ਹੈ ਜੇ ਉਹ ਬਹੁਤ ਸਟਰੋਂਗ ਕਰਨੀ ਪੈਣੀ ਹੈਗੀ ਹੈ, ਠੀਕ ਹੈ ਜੀ। ਸੋ ਜੇਕਰ ਇਫ ਪਰਸਨ ਲਾਈਕ ਇਫ ਅ ਬਿਜ਼ਨਸ tries to fulfill or forced to fulfill social responsibility, ठीक है जी, that will involve lot of expenditure means खर्चा। सो इफ अ पर्सन लाइक कह लो भी जेकर एक बिजनेस ਜੇ ਸੋਸ਼ਲ ਰਿਸਪੋਂਸਿਬਿਲਿਟੀ ਨੂੰ ਫੁਲਫਿਲ ਕਰਨ ਪਾਸੇ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੋਊਗਾ, ਬਹੁਤ ਸਾਰਾ ਖਰਚਾ ਹੁੰਦਾ ਉਹਦੇ 'ਤੇ। ਸੋ ਇਟ ਵਿਲ ਇਨਕਰੀਜ਼ ਲੋਟ ਆਫ ਦਾ ਪ੍ਰੋਡਕਸ਼ਨ ਐਂਡ ਵਿਲ ਰਿਡਿਊਸ ਕੰਪੀਟੀਟਿਵਨੈਸ in the market. So this is the one question, like a case against for the business social responsibility, or case again favor for the fulfill of the social responsibility. Thank you.